ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਨਾ ਮੱਲਣ ਜਾਣੀਐ, ਕਾਬਲ ਰੇਖ ਰਾਓ ਗੁਰ ਭਾਈ। ਮਾਧੋ ਸੋਢੀ ਕਾਸਮੀਰ, ਗੁਰ ਸਿੱਖੀ ਦੀ ਚਾਲ ਚਲਾਈ। ਭਾਈ ਭੀਵਾ ਸੀਹਰੰਦ, ਰੂਪ ਚੰਦ ਸਨਮੁਖ ਸਤ ਭਾਈ। ਪਰਤਾਪੂ ਸਿੱਖ ਸੂਰਮਾ, ਨੰਦੈ ਵਿਠੜ ਸੇਵ ਕਮਾਈ। ਸਾਮੀ ਦਾਸ ਵਸ਼ੇਰ ਹੈ, ਥਾਨੇਸੁਰ ਸੰਗਤ ਬਹਿਲਾਈ। ਗੋਪੀ ਮਹਿਤਾ ਜਾਣੀਐ, ਤੀਰਥ ਨੱਥਾ ਗੁਰ ਸਰਣਾਈ। ਭਾਊ ਮੋਕਲ ਆਖੀਐ, ਢਿੱਲੀ ਮੰਡਲ ਗੁਰਮਤਿ ਪਾਈ। ਜੀਵੰਦ ਜਗ ਸੀ ਫਤਿਹਪੁਰ, ਸੇਠ ਤਲੋਕੇ ਸੇਵ ਕਮਾਈ। ਸਤਿਗੁਰ ਦੀ ਵੱਡੀ ਵਡਿਆਈ, ਸਤਿਗੁਰ ਦੀ ਵੱਡੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ ਦੀਨਾ ਬੰਧੂ। ਜੋਤੀ ਸਵੈਰੂਪ ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਓ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। 11ਵੀਂ ਵਾਰ ਦੇ ਵਿੱਚੋਂ ਆਪ ਜੀ ਨੇ 26ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਇਸ ਪੌੜੀ ਦੇ ਅੰਦਰ ਜਿਹੜੇ ਦੂਰ ਵੱਖ-ਵੱਖ ਇਲਾਕਿਆਂ ਤੋਂ ਆਉਣ ਵਾਲੇ ਗੁਰੂ ਕੇ ਸਿੱਖ ਹਨ, ਉਹਨਾਂ ਦਾ ਜ਼ਿਕਰ ਕਰ ਰਹੇ ਹੈ। ਭਾਈ ਗੁਰਦਾਸ ਜੀ ਨੂੰ ਗੁਰਸਿੱਖਾਂ ਨੇ ਪੁੱਛਿਆ, ਭਾਈ ਸਾਹਿਬ ਤੁਸੀਂ ਸਤਿਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਲੰਮਾ ਸਮਾਂ ਬਤੀਤ ਕੀਤਾ ਹੈ, ਔਰ ਆਪ ਨੂੰ ਇਹ ਵੀ ਪਤਾ ਹੈ ਦੂਰੋਂ ਦੂਰੋਂ ਸਿੱਖ ਸੰਗਤਾਂ ਚੱਲ ਕੇ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੁੰਦੀਆਂ ਸਨ, ਦਰਸ਼ਨ ਕਰਨੇ ਅਤੇ ਸੇਵਾ ਕਰਦੀਆਂ ਸਨ। ਸਿੱਖ ਸੰਗਤਾਂ ਕਿੱਥੋਂ ਕਿੱਥੋਂ ਚੱਲ ਕੇ ਸਿੱਖ ਸੰਗਤਾਂ ਆਉਂਦੀਆਂ ਹਨ, ਜਿੰਨੇ ਕੁ ਨਾਂ ਉਹਨਾਂ ਦੇ ਚੇਤੇ ਹੈ ਸਾਨੂੰ ਜ਼ਰੂਰ ਦੱਸੋ। ਤਾਂ ਭਾਈ ਗੁਰਦਾਸ ਸਾਹਿਬ ਜੀ ਸੰਗਤ ਦੀ ਬੇਨਤੀ ਕਰਨ 'ਤੇ ਕਹਿੰਦੇ ਆ, ਗੁਰਸਿੱਖੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਗੁਰੂ ਜੀ ਦੇ ਹਜ਼ੂਰ ਚੱਲ ਕੇ ਆਉਂਦੀਆਂ, ਦਰਸ਼ਨ ਕਰਨ ਵਾਲੀਆਂ, ਆਉਣ ਵਾਲੀਆਂ, ਸੇਵਾ ਕਰਨ ਵਾਲੀਆਂ ਸੰਗਤਾਂ ਤਾਂ ਨਿਤਾ ਪ੍ਰਤੀ ਹੀ ਰੋਜ਼ ਆਉਂਦੀਆਂ ਸਨ, ਪਰ ਕੁਝ ਕੁ ਗੁਰਸਿੱਖਾਂ ਦੇ ਨਾਮ ਮੈਨੂੰ ਚੇਤੇ ਹੈ, ਉਹ ਨਾਮ ਮੈਂ ਤੁਹਾਨੂੰ ਦੱਸਦਾ ਹਾਂ। ਸੋ ਇਸ 26 ਨੰਬਰ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਜਿਹੜੇ ਦੂਰ ਤੋਂ ਗੁਰੂ ਕੇ ਸਿੱਖ ਸਤਿਗੁਰੂ ਦੀ ਹਜ਼ੂਰੀ ਵਿੱਚ ਆਉਂਦੇ ਰਹੇ, ਉਹਨਾਂ ਦੇ ਨਾਵਾਂ ਦਾ ਜ਼ਿਕਰ ਕਰ ਰਹੇ ਹੈ। ਭਾਨਾ ਮੱਲਣ ਜਾਣੀਐ, ਕਾਬਲ ਰੇਖ ਰਾਓ ਗੁਰ ਭਾਈ। ਕਾਬਲ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਸਿੱਖੀ
ਉੱਥੇ ਪ੍ਰਫੁੱਲਤ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਾਬਲ ਵਿੱਚ ਚਰਨ ਪਾਏ। ਸੋ ਉਦੋਂ ਤੋਂ ਉੱਥੇ ਸਿੱਖੀ ਦਾ ਬੂਟਾ ਲੱਗਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਪੰਜਵੇਂ ਪਾਤਸ਼ਾਹ ਦੇ ਹਜ਼ੂਰ ਇਹ ਕਾਬਲ ਤੋਂ ਦੋ ਸਿੱਖ ਜਿਹੜੇ ਹੈ ਇਹ ਜਾਣੇ ਜਾਂਦੇ ਹੈ। ਭਾਨਾ ਮੱਲਣ ਜਾਣੀਐ ਕਾਬਲ ਰੇਖ ਰਾਓ ਗੁਰ ਭਾਈ। ਭਾਈ ਭਾਨਾ ਮੱਲਣ ਤੇ ਭਾਈ ਰੇਖ ਰਾਓ, ਇਹ ਦੋਵੇਂ ਗੁਰੂ ਕੇ ਸਿੱਖ ਜਾਣੇ ਜਾਂਦੇ ਹੈ। ਤੇ ਇਹ ਦੋਵੇਂ ਹੀ ਕਾਬਲ ਦੇ ਇਹ ਆਪੋ ਵਿੱਚ ਗੁਰ ਭਾਈ ਸਨ, ਗੁਰ ਭਾਈਆਂ ਵਾਂਗ ਰਹਿੰਦੇ ਸੀ। ਰੇਖ ਰਾਓ ਭਾਨਾ ਮੱਲਣ ਇਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ। ਗੁਰ ਭਾਈ ਹੁੰਦਾ ਜਿਨ੍ਹਾਂ ਦਾ ਗੁਰੂ ਇੱਕ ਹੋਵੇ। ਇੱਕ ਤੇ ਉਹ ਭਰਾ ਨੇ ਜਿਨ੍ਹਾਂ ਨੇ ਇੱਕ ਮਾਤਾ ਦੇ ਉਦਰ ਤੋਂ ਜਨਮ ਲਿਆ। ਦੂਜਾ ਜਦੋਂ ਜਿਵੇਂ ਅਸੀਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਦਾਤ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਹਾਂ। ਸਤਿਗੁਰੂ ਕਲਗੀਧਰ ਮਹਾਰਾਜ ਜੀ ਪਿਤਾ ਜੀ ਹਨ। ਖਾਲਸੇ ਦੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ। ਸੋ ਜਿਨ੍ਹਾਂ ਜਿਨ੍ਹਾਂ ਅੰਮ੍ਰਿਤ ਛਕਿਆ ਇਹ ਆਪੋ ਵਿੱਚ ਗੁਰ ਭਾਈ ਹਨ। ਇੱਕ ਗੁਰੂ ਹੈ, ਇੱਕ ਇਸ਼ਟ ਹੈ। ਭਾਈ ਭਾਨਾ ਮੱਲਣ ਤੇ ਭਾਈ ਰੇਖ ਰਾਓ ਇਹ ਗੁਰ ਭਾਈ ਸਨ ਆਪਸ ਵਿੱਚ, ਤੇ ਕਾਬਲ ਦੇ ਰਹਿਣ ਵਾਲੇ ਇਹਨਾਂ ਨੇ ਬਹੁਤ ਸਿੱਖੀ ਕਮਾਈ। ਮਾਧੋ ਸੋਢੀ ਕਾਸ਼ਮੀਰ ਗੁਰ ਸਿੱਖੀ ਦੀ ਚਾਲ ਚਲਾਈ। ਭਾਈ ਮਾਧੋ ਇਹ ਸੋਢੀਆਂ ਵਿੱਚੋਂ ਸਨ ਤੇ ਕਸ਼ਮੀਰ ਦੇ ਰਹਿਣ ਵਾਲੇ ਸਨ। ਜਿੱਥੇ ਇਹਨਾਂ ਨੇ ਆਪ ਸਤਿਗੁਰੂ ਦੀ ਸਿੱਖੀ ਧਾਰਨ ਕੀਤੀ ਭਾਈ ਮਾਧੋ ਨੇ, ਉੱਥੇ ਕਸ਼ਮੀਰ ਦੇ ਵਿੱਚ ਇਹਨਾਂ ਨੇ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ। ਤੇ ਸਿੱਖੀ ਦੀ ਜਿਹੜੀ ਚਾਲ ਹੈ, ਸਿੱਖੀ ਦੀ ਮਰਿਆਦਾ ਉੱਥੇ ਇਹਨਾਂ ਨੇ ਚਲਾਈ। ਕਈ ਹੋਰ ਜਿਹੜੇ ਸਨ ਉਹਨਾਂ ਨੂੰ ਪ੍ਰੇਰਿਤ ਕਰਕੇ ਗੁਰਸਿੱਖੀ ਵੱਲ ਲੈ ਕੇ ਆਏ। ਭਾਈ ਭੀਵਾਸੀ ਹਰੰਦ ਰੂਪ ਚੰਦ ਸਨਮੁਖ ਸਤ ਭਾਈ। ਭਾਈ ਭੀਵਾ ਜੀ ਤੇ ਭਾਈ ਰੂਪ ਚੰਦ ਜੀ ਇਹ ਸਰਹੰਦ ਦੇ ਰਹਿਣ ਵਾਲੇ ਸਨਮੁਖ ਸਿੱਖ ਸਨ। ਬੜਾ ਇਹ ਪੁਰਾਣਾ ਸ਼ਹਿਰ ਹੈ ਸਰਹੰਦ, ਔਰ ਖ਼ਾਸ ਕਰਕੇ ਸਿੱਖਾਂ ਨੂੰ ਤਾਂ ਕਦੇ ਭੁੱਲਦਾ ਹੀ ਨਹੀਂ। ਇਹ ਤਿੰਨ ਸ਼ਹਿਰ ਦਿੱਲੀ, ਲਾਹੌਰ ਤੇ ਸਰਹੰਦ। ਲਾਹੌਰ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੋਈ, ਹੋਰ ਬਹੁਤ ਸ਼ਹਾਦਤਾਂ ਹੋਈਆਂ। ਦਿੱਲੀ ਗੁਰੂ ਤੇਗ ਬਹਾਦਰ ਜੀ ਨਾਲ ਸਿੱਖਾਂ ਦੀ ਸ਼ਹਾਦਤ, ਤੇ ਸਰਹੰਦ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵੇਚਣ ਕੇ ਸ਼ਹੀਦ ਕੀਤਾ ਗਿਆ। ਸੋ ਇਹ ਪਹਿਲਾਂ ਦੀ ਸਤਿਗੁਰੂ ਪੰਚਮ ਪਾਤਸ਼ਾਹ ਵੇਲੇ ਦੀ ਗੱਲ ਕਰਦੇ ਆ ਭਾਈ ਗੁਰਦਾਸ ਜੀ ਕਿ ਭਾਈ ਭੀਵਾ ਤੇ ਭਾਈ ਰੂਪ ਚੰਦ ਇਹ ਗੁਰੂ ਕੇ ਸਨਮੁਖ ਸਿੱਖ ਸੀ, ਤੇ ਇਹਨਾਂ ਦੇ ਅੰਦਰ ਸੱਚਾ ਭਾਵ ਸੀ, ਸੱਚਾ ਪ੍ਰੇਮ ਸੀ, ਭਾਵਨਾ ਸੀ ਗੁਰੂ ਦੇ ਪ੍ਰਤੀ, ਤੇ ਸਰਹੰਦ ਦੇ ਇਹ ਰਹਿਣ ਵਾਲੇ ਸਨ। ਪ੍ਰਤਾਪੂ ਸਿੱਖ ਸੂਰਮਾ ਨੰਦੈ ਵਿਠੜ ਸੇਵ ਕਮਾਈ। ਭਾਈ ਪ੍ਰਤਾਪੂ ਇਹ ਗੁਰੂ ਕਾ ਸਿੱਖ ਵੱਡਾ ਬਲੀ ਸੀ, ਸੂਰਮਾ ਸਿਪਾਹੀ ਸੀ ਇਹ। ਨੰਦੈ ਵਿਠੜ ਸੇਵ ਕਮਾਈ। ਭਾਈ ਨੰਦਾ ਇਹ ਵਿਠੜ ਜਾਤੀ ਦਾ ਸੀ, ਤੇ ਇਹਨਾਂ ਗੁਰਸਿੱਖਾਂ ਨੇ ਗੁਰੂ ਦੀ ਸੇਵਾ ਕਮਾਈ ਕੀਤੀ, ਭਗਤੀ ਕੀਤੀ। ਜਿਵੇਂ ਜਿਵੇਂ ਸਤਿਗੁਰੂ ਨੇ ਉਪਦੇਸ਼ ਸਿੱਖਿਆ ਦਿੱਤੀ ਉਹਦੇ ਮੁਤਾਬਕ ਇਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ। ਸਾਮੀ ਦਾਸ ਵਸ਼ੇਰ ਹੈ ਥਾਨੇਸੁਰ ਸੰਗਤ ਬਹਿਲਾਈ। ਭਾਈ ਗੁਰਦਾਸ ਸਾਹਿਬ ਜੀ ਉਹਨਾਂ ਸਿੱਖਾਂ ਦੇ ਨਾਮਾਂ ਦਾ ਜ਼ਿਕਰ ਕਰਦੇ ਆ ਜਿਹੜੇ ਵੱਖ-ਵੱਖ ਥਾਵਾਂ 'ਤੇ ਰਹਿਣ ਵਾਲੇ। ਜਿਵੇਂ ਪਿੱਛੇ ਲਾਹੌਰ ਸ਼ਹਿਰ ਦੀ ਸੰਗਤ, ਮੁਜੰਗਾਂ ਦੀ ਸੰਗਤ ਦਾ ਜ਼ਿਕਰ ਕੀਤਾ, ਉਹ ਸਾਰੇ ਉੱਥੋਂ ਦੇ ਸਿੱਖ ਜਿਹੜੇ ਉਹਨਾਂ ਦੇ ਨਾਂ ਦੱਸੇ। ਫਿਰ ਸੁਲਤਾਨਪੁਰ ਦੇ ਜਿੰਨੇ ਸਿੱਖ ਸਨ ਉਹਨਾਂ ਦੇ ਨਾਂ ਦੱਸੇ। ਡੱਲੇ ਦੀ ਸੰਗਤ ਜਿਹੜੀ ਸੀ ਪ੍ਰਮੁੱਖ, ਡੱਲੇ ਦੇ ਸਾਡੇ ਇਤਿਹਾਸ ਨੇ 72 ਸਿੱਖ ਲਿਖੇ ਹੈ
ਜਿਹੜੇ ਪ੍ਰਮੁੱਖ ਹੋਏ ਆ ਡੱਲੇ ਦੇ, ਉਹਨਾਂ ਦਾ ਜ਼ਿਕਰ ਕੀਤਾ। ਅਤੇ ਪੰਜਾਬ ਤੋਂ ਜਿਹੜੇ ਸਨ ਪੰਜਾਬੈ ਗੁਰ ਦੀ ਵਡਿਆਈ, ਇਹ ਵੀ ਆਪਾਂ ਸਰਵਣ ਕਰ ਚੁੱਕੇ ਹਾਂ। ਸੋ ਹੁਣ ਇਹ ਜਿਹੜੇ ਦੂਰੋਂ ਦੂਰੋਂ ਆਉਂਦੇ ਸਨ ਸਿੱਖ, ਦੇਸਾਂਤਰੀ ਸੰਗਤ ਕਹਿੰਦੇ, ਸੋ ਉਹਨਾਂ ਦਾ ਜ਼ਿਕਰ ਕਰ ਰਹੇ ਹੈ। ਸਾਮੀਦਾਰ ਵਸ਼ੇਰ ਹੈ, ਸਾਮੀ ਦਾਸ ਵਸ਼ੇਰ ਹੈ, ਥਾਨੇਸੁਰ ਸੰਗਤ ਬਹਿਲਾਈ। ਭਾਈ ਸਾਮੀ ਦਾਸ ਇਹ ਵਸ਼ੇਰ ਜਾਤੀ ਦੇ ਸਨ ਅਤੇ ਸਤਿਗੁਰੂ ਦੀ ਸਿੱਖੀ ਇਹਨਾਂ ਧਾਰਨ ਕੀਤੀ। ਇਹ ਥਨੇਸਰ ਦੇ ਰਹਿਣ ਵਾਲੇ ਸਨ ਅਤੇ ਥਨੇਸਰ ਦੀ ਸੰਗਤ ਨੂੰ ਪ੍ਰੇਰ ਕੇ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਲੈ ਕੇ ਆਉਂਦੇ ਸੀ। ਆਪਣੇ ਇਲਾਕੇ ਵਿੱਚ ਇਹਨਾਂ ਪ੍ਰਚਾਰ ਕਰਨਾ, ਸੰਗਤਾਂ ਨੂੰ ਗੁਰੂ ਦੀ ਵਡਿਆਈ ਦੱਸਣੀ, ਗੁਰ ਸ਼ਬਦ ਦੀ ਮਹਿਮਾ ਦੱਸਣੀ, ਅਤੇ ਸੰਗਤਾਂ ਦੇ ਮਨ ਵਿੱਚ ਭਾਵਨਾ ਪੈਦਾ ਕਰਕੇ, ਬਹਿਲਾਈ ਤੋਂ ਭਾਵ ਸੰਗਤਾਂ ਨੂੰ ਪ੍ਰੇਰ ਕੇ ਅਤੇ ਗੁਰੂ ਦੇ ਦਰਬਾਰ ਵਿੱਚ ਲਿਆਉਂਦੇ ਸੀ। ਗੋਪੀ ਮਹਿਤਾ ਜਾਣੀਐ, ਤੀਰਥ ਨੱਥਾ ਗੁਰ ਸਰਣਾਈ। ਭਾਈ ਗੋਪੀ ਮਹਿਤਾ ਅਤੇ ਭਾਈ ਤੀਰਥ ਅਤੇ ਭਾਈ ਨੱਥਾ ਇਹ ਗੁਰੂ ਕੇ ਸਿੱਖ ਜਾਣੇ ਜਾਂਦੇ ਹੈ। ਅਤੇ ਇਹ ਸਿੱਖ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ ਅਤੇ ਸਤਿਗੁਰੂ ਦੀ ਸ਼ਰਨ ਵਿੱਚ ਰਹੇ। ਸੋ ਗੁਰੂ ਦੀ ਸ਼ਰਨ ਵਿੱਚ ਪੈ ਕੇ ਇਹਨਾਂ ਨੇ ਜੀਵਨ ਨੂੰ ਸਫਲਾਇਆ। ਭਾਊ ਮੋਕਲ ਆਖੀਐ, ਢਿੱਲੀ ਮੰਡਲ ਗੁਰਮਤਿ ਪਾਈ। ਇਸੇ ਤਰ੍ਹਾਂ ਭਾਈ ਮੋਕਲ ਜੀ ਔਰ ਭਾਈ ਢਿੱਲੀ ਮੰਡਲ, ਇਹ ਨਾਂ ਹੈ ਢਿੱਲੀ ਮੰਡਲ। ਇਹ ਦੋਵੇਂ ਗੁਰੂ ਕੇ ਸਿੱਖ, ਇਹਨਾਂ ਨੇ ਸਤਿਗੁਰੂ ਮਹਾਰਾਜ ਜੀ ਤੋਂ ਗੁਰਮਤਿ, ਗੁਰੂ ਦੀ ਮੱਤ ਭਾਵ ਗੁਰ ਸਿੱਖਿਆ ਧਾਰਨ ਕੀਤੀ। ਗੁਰੂ ਦਾ ਉਪਦੇਸ਼ ਇਹਨਾਂ ਨੇ ਆਪਣੇ ਜੀਵਨ ਵਿੱਚ ਧਾਰਨ ਕੀਤਾ, ਸਤਿਗੁਰੂ ਤੋਂ ਸਿੱਖਿਆ ਲੈ ਕੇ ਜੀਵਨ ਕਮਾਇਆ। ਜੀਵੰਦ ਜਗ ਸੀ ਫਤਿਹਪੁਰ, ਸੇਠ ਤਲੋਕੇ ਸੇਵ ਕਮਾਈ। ਭਾਈ ਜੀਵੰਦ ਅਤੇ ਭਾਈ ਜਗ ਸੀ ਇਹ ਫਤਿਹਪੁਰ ਦੇ ਰਹਿਣ ਵਾਲੇ ਸਨ ਔਰ ਸੇਠ ਤਲੋਕੇ ਸੇਵ ਕਮਾਈ। ਤਲੋਕੇ ਸੇਠ ਨੇ ਗੁਰੂ ਦੀ ਸੇਵਾ ਕਮਾਈ। ਇਹ ਗੁਰੂ ਕੇ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਤੋਂ ਸਿੱਖੀ ਧਾਰੀ, ਸਿੱਖੀ ਦੇ ਉਪਦੇਸ਼ਾਂ ਨੂੰ, ਅਸੂਲਾਂ ਨੂੰ ਦ੍ਰਿੜ ਕੀਤਾ ਹਿਰਦੇ ਦੇ ਵਿੱਚ। ਭਾਈ ਜੀਵੰਦ, ਭਾਈ ਜਗ ਸੀ ਅਤੇ ਤਲੋਕਾ ਸੇਠ ਫਤਿਹਪੁਰ ਦੇ ਸਨ ਇਹ ਸਾਰੇ ਹੀ। ਸਤਿਗੁਰ ਦੀ ਵੱਡੀ ਵਡਿਆਈ। ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਦੇ ਹੈ, ਹੇ ਭਰਾਵੋ, ਸਤਿਗੁਰੂ ਦੀ ਵਡਿਆਈ ਬਹੁਤ ਵੱਡੀ ਹੈ। ਇਹ ਸਾਰੇ ਹੀ ਬੰਦਗੀ ਸਿਮਰਨ ਅਭਿਆਸ ਵਾਲੇ ਸਿੱਖ ਹੋਏ ਹੈ ਅਤੇ ਵੱਖ-ਵੱਖ ਥਾਵਾਂ ਦੇ। ਇਹਨਾਂ ਸਿੱਖਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ। ਜਦੋਂ ਅਸੀਂ ਸਤਿਗੁਰੂ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਅਤੇ ਇਸ ਪੌੜੀ ਵਿੱਚ ਜਿਹੜੇ ਪਹਿਲੇ ਸਿੱਖਾਂ ਦਾ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਨੇ, ਭਾਈ ਭਾਨਾ ਮੱਲਣ ਅਤੇ ਰੇਖ ਰਾਓ, ਇਹ ਕਾਬਲ ਦੇ ਸੀ ਅਤੇ ਕਾਬਲ ਦਾ ਜਿਹੜਾ ਨਵਾਬ ਸੀ ਨਾ, ਉਹਦੇ ਕੋਲ ਮੋਦੀ ਖਾਨੇ ਦਾ ਕੰਮ ਕਰਦੇ ਸੀ, ਜਿੱਥੇ ਰਸਤਾਂ ਬਸਤਾਂ ਤੋਲ ਕੇ ਦਿੱਤੀਆਂ ਜਾਂਦੀਆਂ ਨੇ। ਇਹ ਮੋਦੀ ਖਾਨੇ ਦਾ ਦੋਨੋਂ ਹੀ ਸਿੱਖ ਭਾਈ ਭੱਲਣ, ਭਾਈ ਭਾਨਾ ਮੱਲਣ ਅਤੇ ਰੇਖ ਰਾਓ ਉੱਥੇ ਕੰਮ ਕਰਦੇ ਸੀ। ਅਤੇ ਜੋ ਕੁਝ ਇਹਨਾਂ ਦੀ ਕਮਾਈ ਹੁੰਦੀ, ਜੋ ਖੱਟਦੇ, ਇਹ ਗੁਰੂ ਕੇ ਸਿੱਖਾਂ ਨੂੰ ਖਵਾ ਦਿਆ ਕਰਦੇ ਸੀ। ਜੋ ਕਮਾਈ ਹੋਣੀ ਉਹ ਗੁਰਸਿੱਖਾਂ ਦੇ ਉੱਤੇ ਲਾ ਦੇਣੀ। ਅਤੇ ਕਈ ਈਰਖਾਲੂ ਲੋਕ ਵੀ ਸਨ, ਉਹਨਾਂ ਨੇ ਨਵਾਬ ਦੇ ਕੋਲ ਇੱਕ ਵਾਰ ਚੁਗਲੀ ਕੀਤੀ, ਸ਼ਿਕਾਇਤ ਕੀਤੀ ਕਿ ਇਹ ਜਿਹੜੇ ਸਿੱਖ ਨੇ ਨਾ, ਮੋਦੀ ਖਾਨੇ ਦੇ ਵਿੱਚ ਤੁਸੀਂ ਨੌਕਰ ਰੱਖੇ ਹੋਏ, ਇਹਨਾਂ ਦਾ ਲੇਖਾ ਕਰੋ, ਹਿਸਾਬ ਕਿਤਾਬ ਕਰੋ। ਇਹਨਾਂ ਦੇ ਹਿਸਾਬ ਕਿਤਾਬ ਵਿੱਚ ਫਰਕ ਨਿਕਲੇਗਾ, ਇਹਨਾਂ ਦੇ ਵੱਟੇ ਵੀ ਘੱਟ ਹਨ। ਨਵਾਬ ਜਿਹੜਾ ਸੀ ਕਾਬਲ ਦਾ, ਉਹਨੇ ਇਹਨਾਂ ਸਿੱਖਾਂ ਨੂੰ ਸੱਦਿਆ ਅਤੇ ਲੇਖਾ ਜੋਖਾ ਹਿਸਾਬ ਕਿਤਾਬ ਕੀਤਾ
ਇੱਧਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਬੈਠੇ ਹਨ। ਗੁਰਸਿੱਖ ਸੰਗਤਾਂ ਆਈਆਂ, ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਅਤੇ ਉਹਨਾਂ 5 ਪੈਸੇ ਸਤਿਗੁਰੂ ਪਾਤਸ਼ਾਹ ਜੀ ਨੂੰ ਅਰਪਣ ਕੀਤੇ। ਮਹਾਰਾਜ ਉਹਨਾਂ ਨੂੰ ਲੈ ਕੇ ਆਪਣੇ ਕਦੇ ਸੱਜੇ ਹੱਥ ਵਿੱਚ ਅਤੇ ਕਦੇ ਖੱਬੇ ਹੱਥ ਵਿੱਚ ਰੱਖਦੇ ਆ, ਫਿਰ ਸੱਜੇ ਵਿੱਚ ਅਤੇ ਫਿਰ ਖੱਬੇ ਵਿੱਚ। ਸੰਗਤਾਂ ਨੇ ਪੁੱਛਿਆ, ਮਹਾਰਾਜ ਇੰਨੀ ਮਾਇਆ ਤੁਹਾਡੇ ਕੋਲ ਆਉਂਦੀ ਹੈ, ਕੋਈ ਗਿਣਤੀ ਨਹੀਂ, ਇਹਨਾਂ 5 ਪੈਸਿਆਂ ਨਾਲ ਹੀ ਜ਼ਿਆਦਾ ਤੁਹਾਡਾ ਲਗਾਓ ਕਿਉਂ ਹੈ, ਕੀ ਕਾਰਨ ਹੈ, ਕਦੇ ਸੱਜੇ ਕਦੇ ਖੱਬੇ ਹੱਥ ਵਿੱਚ ਰੱਖਦੇ ਹੋ। ਤਾਂ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ। ਮਹਾਰਾਜ ਕਹਿੰਦੇ, ਕਾਬਲ ਵਿੱਚ ਅਸੀਂ ਆਪਣੇ ਸਿੱਖਾਂ ਦਾ ਵੱਟਾ ਪੂਰਾ ਕਰਦੇ ਹਾਂ। ਇਸ ਤਰ੍ਹਾਂ ਉਹਨਾਂ ਸਾਧਕ ਸਿੱਖਾਂ ਦਾ ਲੇਖਾ ਜਿਹੜਾ ਉਹ ਸਾਫ਼ ਨਿਕਲਿਆ, ਹਿਸਾਬ ਕਿਤਾਬ ਵੀ ਪੂਰਾ। ਉਹ ਵੱਟਾ ਕਿਸੇ ਨੇ ਚੱਕ ਕੇ ਅਤੇ ਦੂਜਾ ਰੱਖਤਾ ਸੀ ਜਿਹੜਾ ਘੱਟ ਸੀ, ਵੀ ਜਦੋਂ ਨਵਾਬ ਵੇਖੇਗਾ ਕਹੇਗਾ ਤੁਸੀਂ ਤਾਂ ਵੱਟੇ ਹੀ ਘੱਟ ਰੱਖੇ ਹੈ। ਸਤਿਗੁਰੂ ਮਹਾਰਾਜ ਜੀ ਨੇ ਆਪ ਪੈਜ ਰੱਖੀ। ਫਿਰ ਇਹ ਮਹਾਰਾਜ ਦੇ ਕੋਲ ਆਏ ਸੀ ਅਤੇ ਸਤਿਗੁਰੂ ਨੂੰ ਦੱਸਿਆ ਵੀ ਸਤਿਗੁਰੂ ਇਸ ਤਰ੍ਹਾਂ ਹੋਇਆ, ਆਪ ਨੇ ਪੈਜ ਰੱਖੀ। ਸੋ ਐਸੇ ਇਹ ਸਿੱਖ ਸੀ ਕਾਬਲ ਦੇ ਇਤਿਹਾਸ ਵਿੱਚ ਇਹਨਾਂ ਦਾ ਜ਼ਿਕਰ ਆਉਂਦਾ ਹੈ। ਹੁਣ ਇਸ ਤੋਂ ਅੱਗੇ 27ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਆਗਰੇ ਦੀ ਸਿੱਖ ਸੰਗਤ ਦਾ ਜ਼ਿਕਰ ਕਰਦੇ ਹੈ, ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਆਪ ਵੀ ਕੁਝ ਸਮਾਂ ਆਗਰੇ ਰਹੇ। ਸੱਚੇ ਪਾਤਸ਼ਾਹ ਨੇ ਪ੍ਰਚਾਰ ਵਾਸਤੇ ਆਗਰੇ ਭੇਜਿਆ ਸੀ, ਆਪ ਕਾਂਸ਼ੀ ਵਿੱਚ ਵੀ ਰਹੇ। ਸੋ ਆਗਰੇ ਦੇ ਬਹੁਤ ਸਾਰੇ ਲੋਕਾਂ ਨੇ ਸਿੱਖੀ ਧਾਰਨ ਕੀਤੀ, ਬੜੇ ਨਾਮੀ ਸਿੱਖ ਸਨ। ਸੋ ਆਗਰੇ ਦੀ ਜਿਹੜੀ ਸਿੱਖ ਸੰਗਤ ਹੈ ਨਾ, ਉਹਦਾ ਜ਼ਿਕਰ ਕਰ ਰਹੇ ਨੇ ਭਾਈ ਗੁਰਦਾਸ ਜੀ। ਮਹਿਤਾ ਸਖਤ ਆਗਰੈ, ਚੱਡਾ ਹੋਆ ਨਿਹਾਲ ਨਿਹਾਲਾ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਗੁਰਸਿੱਖੋ, ਆਗਰੇ ਦੇ ਜਿਹੜੇ ਸਿੱਖ ਉਹ ਸਨ ਤਾਂ ਬਹੁਤ ਔਰ ਹੁਣ ਵੀ ਹਨ, ਪਰ ਜਿਨ੍ਹਾਂ ਦੇ ਨਾਮ ਮੈਨੂੰ ਚੇਤੇ ਹੈ ਮੈਂ ਉਹਨਾਂ ਦਾ ਤੁਹਾਨੂੰ ਨਾਂ ਦੱਸਦਾ ਹਾਂ। ਮਹਿਤਾ ਸਖਤ ਆਗਰੈ। ਸੋ ਮਹਿਤਾ ਸ਼ਕਤੂ ਇਹ ਆਗਰੇ ਦੇ ਰਹਿਣ ਵਾਲੇ, ਚੱਡਾ ਹੋਆ ਨਿਹਾਲ ਨਿਹਾਲਾ। ਔਰ ਇਸੇ ਤਰ੍ਹਾਂ ਭਾਈ ਨਿਹਾਲਾ ਇਹ ਚੱਡਾ ਜਾਤੀ ਦੇ, ਇਹਨਾਂ ਨੇ ਸਿੱਖੀ ਕਮਾਈ ਅਤੇ ਨਿਹਾਲੋ ਨਿਹਾਲ ਹੋ ਗਏ ਸਿੱਖੀ ਕਮਾ ਕੇ। ਨਾਨਕ ਨਦਰੀ ਨਦਰ ਨਿਹਾਲ, ਗੁਰੂ ਦੀ ਮਿਹਰ ਹੋਈ ਇਹਨਾਂ 'ਤੇ। ਭਾਈ ਸ਼ਕਤੂ ਮਹਿਤਾ ਅਤੇ ਚੱਡਾ ਨਿਹਾਲਾ ਜਿਹੜਾ ਹੈ, ਚੱਡਾ ਇਹਦੀ ਜਾਤ ਸੀ ਭਾਈ ਨਿਹਾਲੇ ਦੀ, ਇਹਨਾਂ ਨੇ ਸਤਿਗੁਰੂ ਦੀ ਸਿੱਖੀ ਕਮਾਈ ਹੈ। ਗੜੀਅਲ ਮਥਰਾ ਦਾਸ ਹੈ, ਸਾ ਪਰਵਾਰਾ ਲਾਲ ਗੁਲਾਲਾ। ਮਥਰਾ ਦਾਸ ਇਹ ਗੜੀਅਲ ਸਨ, 52 ਖੱਤਰੀਆਂ ਦੀ ਇੱਕ ਜਾਤ, ਜਿਹਨੂੰ ਗੁੜੀਅਲ ਵੀ ਕਹਿੰਦੇ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਮਥਰਾ ਦਾਸ ਗੜੀਅਲ ਇਹ ਗੁਰੂ ਕੇ ਪਿਆਰੇ ਸਿੱਖ ਹੋਏ ਹੈ। ਸਾ ਪਰਿਵਾਰਾ ਲਾਲ ਗੁਲਾਲਾ, ਅਤੇ ਸਮੇਤ ਪਰਿਵਾਰ ਦੇ ਇਹ ਸਿੱਖੀ ਦੇ ਪ੍ਰੇਮ ਰੰਗ ਵਿੱਚ ਰੰਗੇ ਗੁਰਸਿੱਖ ਹੋਏ ਹੈ। ਲਾਲ ਗੁਲਾਲਾ ਤੋਂ ਭਾਵ ਗੂੜੇ ਲਾਲ ਰੰਗ ਵਾਲੇ। ਇਹਨਾਂ ਦੇ ਅੰਦਰ ਗੁਰਸਿੱਖੀ ਦਾ ਬਹੁਤ ਜ਼ਿਆਦਾ ਪ੍ਰੇਮ ਸੀ ਅਤੇ ਸਾਰਾ ਹੀ ਪਰਿਵਾਰ ਗੁਰੂ ਕਾ ਸਿੱਖ ਸੀ। ਗੰਗਾ ਸਹਿਗਲ ਸੂਰਮਾ, ਹਰਵੰਸ ਤਪੇ ਟਹਿਲ ਧਰਮਸਾਲਾ। ਇਸੇ ਤਰ੍ਹਾਂ ਭਾਈ ਗੰਗਾ ਸਹਿਗਲ ਜਾਤੀ ਦਾ ਸੂਰਮਾ, ਇਹ ਵੱਡਾ ਸੂਰਮਾ ਸੀ, ਫੌਜੀ ਸੀ। ਹਰਵੰਸ ਤਪੇ ਟਹਿਲ ਧਰਮਸਾਲਾ। ਔਰ ਇਸੇ ਤਰ੍ਹਾਂ ਭਾਈ ਹਰਬੰਸ, ਇਹਨਾਂ ਨੂੰ ਤਪਾ ਕਹਿੰਦੇ ਸੀ। ਭਾਈ ਹਰਬੰਸ ਤਪੇ ਨੇ ਸੰਗਤਾਂ ਦੇ ਨਾਲ ਰਲ ਕੇ ਅਤੇ ਧਰਮਸ਼ਾਲਾ ਦੇ ਵਿੱਚ ਟਹਿਲ ਸੇਵਾ ਕੀਤੀ। ਇਹ ਬਹੁਤ ਸੰਗਤ ਦੀ ਸੇਵਾ ਕਰਦੇ ਸੀ। ਜਦੋਂ ਵੀ ਆਗਰੇ ਧਰਮਸ਼ਾਲਾ ਦੇ ਵਿੱਚ ਗੁਰੂ ਕੀ ਸੰਗਤ ਇਕੱਤਰ ਹੋਣੀ ਤਾਂ ਭਾਈ ਹਰਬੰਸ ਤਪੇ ਨੇ ਸੰਗਤਾਂ ਦੀ ਬਹੁਤ ਸੇਵਾ ਕਰਨੀ।
ਸਾਰੀਆਂ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ, ਜਲ ਛਕਾਉਣਾ, ਔਰ ਜੋ ਵੀ ਸੇਵਾ ਉਹ ਸਾਰੀ ਨਿਭਾਉਂਦੇ ਸਨ। ਅਨੰਦ ਮੁਰਾਰੀ ਮਹਾਂਪੁਰਖ, ਕਲਿਆਣਾ ਕੁਲ ਕਵਲ ਰਸਾਲਾ। ਭਾਈ ਅਨੰਦ ਮੁਰਾਰੀ ਜੀ ਇਹ ਵੱਡੇ ਮਹਾਂਪੁਰਖ ਹੋਏ ਹੈ, ਸਤਿਗੁਰੂ ਦੇ ਪਿਆਰੇ ਸਿੱਖ ਸਨ, ਔਰ ਕਲਿਆਣਾ ਕੁਲ ਕਵਲ ਰਸਾਲਾ, ਕੁਲ ਦੇ ਕਵਲ ਬਣੇ ਤੇ ਬੜੇ ਰਸ, ਰਸਾਲਾ ਤੋਂ ਭਾਵ ਰਸ ਦਾ ਘਰ। ਇਹ ਮਤਵਾਲੇ ਸਿੱਖ ਹੋਏ ਹੈ, ਦਿਨੇ ਰਾਤ ਇਹ ਖਿੜੇ ਰਹਿੰਦੇ ਸੀ। ਜਿਵੇਂ ਕੌਲ ਫੁੱਲ ਖਿੜਿਆ ਹੁੰਦਾ ਨਾ, ਇਸ ਤਰ੍ਹਾਂ ਇਹ ਭਾਈ ਅਨੰਦ ਮੁਰਾਰੀ ਹਮੇਸ਼ਾ ਹੀ ਖਿੜੇ ਰਹਿੰਦੇ, ਪ੍ਰਸੰਨ ਚਿੱਤ ਰਹਿੰਦੇ, ਤੇ ਇਹਨਾਂ ਦੀ ਜਿਹੜੀ ਕੁਲ ਉਹ ਵੀ ਖਿੜੀ ਪ੍ਰਸੰਨ ਚਿੱਤ ਰਹਿੰਦੀ। ਮਹਾਰਾਜ ਦੀ ਸਿੱਖੀ, ਸੇਵਾ, ਸਿਮਰਨ, ਸਾਧਨਾ ਕਰਦੇ, ਤੇ ਇਸ ਤਰ੍ਹਾਂ ਇਹਨਾਂ ਦੇ ਪਰਿਵਾਰ ਦਾ ਕਲਿਆਣ ਹੋਇਆ। ਨਾਨੋ ਲਟਕਣ ਬਿੰਦ ਰਾਓ, ਸੇਵਾ ਸੰਗਤ ਪੂਰਨ ਘਾਲਾ। ਭਾਈ ਨਾਨੋ ਲਟਕਣ ਇਹਨਾਂ ਦੀ ਅੱਲ ਸੀ, ਨਾਨੋ ਲਟਕਣ ਕਹਿੰਦੇ ਸਨ ਸਾਰੇ। ਨਾਨੋ ਲਟਕਣ ਬਿੰਦ ਰਾਓ, ਨਾਨੋ ਲਟਕਣ ਤੇ ਭਾਈ ਬਿੰਦ ਰਾਓ, ਇਹਨਾਂ ਨੇ ਬਹੁਤ ਵੱਡੀ ਘਾਲਣਾ ਘਾਲੀ। ਗੁਰਸਿੱਖ ਸੰਗਤਾਂ ਦੀ ਸੇਵਾ ਵਿੱਚ ਸਦਾ ਹੀ ਇਹ ਹਾਜ਼ਰ ਰਹਿੰਦੇ ਸੀ, ਤੇ ਇਹਨਾਂ ਦੀ ਘਾਲ ਜਿਹੜੀ ਹੈ ਉਹ ਭਾਈ ਗੁਰਦਾਸ ਜੀ ਕਹਿੰਦੇ ਪੂਰਨ ਹੈ, ਪੂਰੀ ਹੈ। ਸਿੱਖ ਸੰਗਤਾਂ ਦੀ ਬਹੁਤ ਸੇਵਾ ਕੀਤੀ ਇਹਨਾਂ ਗੁਰਸਿੱਖਾਂ ਨੇ। ਹਾਂਡਾ ਆਲਮ ਚੰਦ ਹੈ, ਸਹਿ ਸਾਰਾ ਤਲਵਾੜ ਸੁਖਾਲਾ। ਭਾਈ ਆਲਮ ਚੰਦ ਇਹ ਹਾਂਡਾ ਗੋਤ ਦੇ ਸਨ, ਇਹ ਵੀ ਗੁਰੂ ਕੇ ਪਿਆਰੇ ਸਿੱਖ ਹੋਏ ਹੈ। ਸਹਿ ਸਾਰਾ ਤਲਵਾੜ ਸੁਖਾਲਾ, ਔਰ ਇਸੇ ਤਰ੍ਹਾਂ ਭਾਈ ਸਹਿ ਸਾਰਾ ਇਹ ਤਲਵਾੜ ਜਾਤੀ ਦੇ ਸਨ, ਰਾਜਪੂਤਾਂ 'ਚੋਂ। ਇਹਨਾਂ ਨੇ ਸਿੱਖ ਸੰਗਤ ਦੀ ਸੇਵਾ ਕਰਕੇ ਵੱਡਾ ਸੁਖ ਪ੍ਰਾਪਤ ਕੀਤਾ। ਸੁਖਾਲਾ, ਸੁਖ ਆਲਾ, ਸੁਖ ਦਾ ਘਰ, ਆਤਮਿਕ ਆਨੰਦ, ਸਦੀਵੀ ਸੁਖ ਨੂੰ ਇਹਨਾਂ ਨੇ ਪਾਇਆ। ਜਗਨਾ ਨੰਦਾ ਸਾਧ ਹੈ, ਭਾਨੂੰ ਸੋਹੜ ਹੰਸਾਂ ਦੀ ਢਾਲਾ। ਭਾਈ ਜਗਨਾ ਤੇ ਭਾਈ ਨੰਦਾ ਸਾਧ ਹੈ, ਇਹ ਦੋਵੇਂ ਹੀ ਸਾਧੂ ਸੁਭਾਅ ਵਾਲੇ ਸਨ, ਬੜੇ ਸਬਰ ਸੰਤੋਖ ਵਾਲੇ ਸਨ। ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਨਾ ਬਾਣੀ ਵਿੱਚ, ਫਰੀਦਾ ਦਰਵੇਸ਼ਾਂ ਨੂੰ ਲੋੜੀਐ, ਰੁੱਖਾਂ ਦੀ ਜੀ ਰਾਂਦ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦਰਵੇਸ਼ ਜਿਹੜਾ ਹੈ ਨਾ, ਫਕੀਰ, ਸਾਧੂ, ਸਤਪੁਰਸ਼, ਉਹਨੂੰ ਰੁੱਖਾਂ ਵਰਗਾ ਜੇਰਾ ਚਾਹੀਦਾ ਹੈ। ਧੁੱਪਾਂ ਸਹਾਰਦਾ ਹੈ, ਹਨੇਰੀ ਮੀਂਹ ਸਹਾਰਦਾ ਹੈ, ਪੱਥਰ ਵੱਟੇ ਸਹਾਰਦਾ ਹੈ, ਆਏ ਗਏ ਰਾਹੀਆਂ ਨੂੰ ਛਾਂ ਦਿੰਦਾ ਹੈ, ਮਿੱਠੇ ਫਲ ਦਿੰਦਾ ਹੈ। ਜੇ ਕੋਈ ਆਰਾ ਲੈ ਕੇ ਵੱਢਣ ਆ ਜਾਏ ਤਾਂ ਉਸ ਨੂੰ ਵੀ ਕੁਛ ਨਹੀਂ ਕਹਿੰਦਾ, ਉਹਦੇ ਵੀ ਕੰਮ ਸਵਾਰਦਾ ਹੈ। ਕਹਿੰਦੇ ਦਰਵੇਸ਼ ਜਿਹੜੇ ਹੁੰਦੇ ਆ, ਰੁੱਖਾਂ ਵਰਗਾ ਜੇਰਾ ਉਹਨਾਂ ਵਿੱਚ ਚਾਹੀਦਾ ਹੈ। ਪਰ ਮੈਂ ਕਹਿੰਦਾ ਜੇ ਬਾਬਾ ਫਰੀਦ ਸਾਹਿਬ ਨੇ ਇਹ ਗੱਲ ਕਹੀ ਹੈ ਨਾ ਕਿ ਦਰਵੇਸ਼ ਨੂੰ ਰੁੱਖਾਂ ਵਰਗਾ ਜੇਰਾ ਚਾਹੀਦਾ ਹੈ, ਅੱਜ ਅਸੀਂ ਵੇਖਦੇ ਹਾਂ ਅੱਜ ਬੰਦਾ ਕਰ ਕੀ ਰਿਹਾ ਹੈ। ਰੁੱਖ ਲਾਉਣੇ ਤਾਂ ਦੂਰ ਦੀ ਗੱਲ, ਲੱਗੇ ਹੋਏ ਰੁੱਖ ਜਿਹੜੇ ਉਹ ਸਾੜ ਦਿੱਤੇ ਅਸੀਂ। ਗੁਰੂ ਬਾਬੇ ਦੀ ਬਾਣੀ, ਕਿਹੜਾ ਪਿੰਡ ਹੈ ਜਿੱਥੇ ਅੰਮ੍ਰਿਤ ਵੇਲੇ ਗੁਰੂ ਘਰੋਂ ਇਹ ਆਵਾਜ਼ ਨਹੀਂ ਆਉਂਦੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਕੋਈ ਹੱਦ ਵੀ ਹੁੰਦੀ ਹੈ, ਜਦੋਂ ਬੰਦਾ ਅੱਤ ਚੁੱਕ ਲੈਂਦਾ ਨਾ, ਤੇ ਰੱਬ ਫਿਰ ਨਿਆਂ ਕਰਨ ਵਾਲੇ ਪਾਸੇ ਆਉਂਦਾ, ਫਿਰ ਬੰਦੇ ਨੂੰ ਕਿਸੇ ਪਾਸੇ ਭੱਜਣ ਨੂੰ ਰਾਹ ਨਹੀਂ ਲੱਭਦਾ। ਕਣਕਾਂ ਵੱਢੀਆਂ, ਕਣਕਾਂ ਦਾ ਨਾੜ ਕੋਈ ਬਹੁਤਾ ਨਹੀਂ ਹੁੰਦਾ, ਤੂੜੀ ਬਣ ਜਾਂਦੀ ਹੈ, ਬਹੁਤ ਸੌਖੇ ਤਰੀਕੇ ਨਾਲ ਉਹਨੂੰ ਖੇਤ ਵਿੱਚ ਵਾਹਿਆ ਜਾ ਸਕਦਾ ਹੈ।
ਕਈ ਇਸ ਗੱਲ ਦਾ ਵਿਰੋਧ ਵੀ ਕਰਨਗੇ, ਮੈਨੂੰ ਪਤਾ ਹੈ, ਪਰ ਸਾਡੇ ਸਾਹਮਣੇ ਕੁਝ ਐਸੀਆਂ ਘਟਨਾਵਾਂ ਵਾਪਰੀਆਂ, ਆਪ ਮੁਹਾਰੇ ਬੰਦਾ ਰੋ ਪੈਂਦਾ ਹੈ। ਕਿੱਧਰ ਨੂੰ ਤੁਰ ਪਏ ਅਸੀਂ। ਰੁੱਖ ਤਾਂ ਸਾੜੇ ਹੁਣ ਆਪਣੇ ਜਾਤ ਭਰਾਵਾਂ ਨੂੰ ਸਾੜਨ ਤੇ ਬੰਦਾ ਉਤਾਰੂ ਹੋ ਗਿਆ। ਪਰਸੋਂ ਦੀ ਘਟਨਾ ਨੇ ਸਾਰਿਆਂ ਦੇ ਮੱਥੇ ਤੇ ਕਲੰਕ ਲਾਇਆ ਵੀ ਅਸੀਂ ਤੁਰ ਕਿੱਧਰ ਨੂੰ ਗਏ। ਕਣਕ ਦੇ ਨਾੜ ਨੂੰ ਅੱਗ ਲਾਈ, ਉਹ ਅੱਗ ਝੁੱਗੀਆਂ ਨੂੰ ਜਾ ਪਈ। ਜਿਹੜੇ ਦੌੜ ਭੱਜ ਸਕਦੇ ਸੀ ਉਹਨਾਂ ਨੇ ਜਾਨ ਬਚਾਈ। ਧੂੰਆਂ ਬਹੁਤ ਜ਼ਿਆਦਾ, ਇੱਕ 1.5 ਸਾਲ ਦੀ ਬੱਚੀ ਉਹ ਝੁੱਗੀ ਵਿੱਚ ਵੜੀ ਤੇ ਮੰਜੇ ਦੇ ਪਾਵੇ ਨੂੰ ਗਲਵਕੜੀ ਪਾ ਕੇ, ਜੱਫੀ ਪਾ ਕੇ ਉੱਥੇ ਬਹਿ ਗਈ, ਪਰ ਅੱਗ ਦੀਆਂ ਲਪਟਾਂ ਨੇ ਉਸ ਬੱਚੀ ਨੂੰ ਸਾੜ ਕੇ ਰੱਖ ਦਿੱਤਾ। ਮੌਤ ਹੋ ਗਈ ਉਸ ਬੱਚੀ ਦੀ। ਰੁੱਖ ਸਾੜੇ, ਪਸ਼ੂ ਸਾੜੇ, ਪੰਛੀਆਂ ਦੇ ਬੋਟ ਸਾੜੇ, ਕਿੰਨੇ ਪੰਛੀ, ਕਿੰਨੇ ਜੀਅ ਜੰਤ ਸਾੜ ਦਿੱਤੇ, ਤੇ ਹੁਣ ਬੱਚਿਆਂ ਨੂੰ ਸਾੜਨ ਤੇ ਆ ਗਿਆ। ਸਹੀ ਨੂੰ ਸਹੀ ਕਿਹਾ ਕਰੋ, ਗਲਤ ਨੂੰ ਗਲਤ ਕਿਹਾ ਕਰੋ। ਕੋਈ ਕਿਸਾਨ ਜਥੇਬੰਦੀ ਇੱਕ ਬਿਆਨ ਤੱਕ ਨਹੀਂ ਦਿੰਦੀ ਵੀ ਤੁਸੀਂ ਨਾੜ ਨੂੰ ਅੱਗ ਨਾ ਲਾਓ। ਅਸੀਂ ਧਰਨੇ ਲਾ ਦੇਵਾਂਗੇ ਜੀ, ਸਾਥ ਅਸੀਂ ਵੀ ਦਿੱਤਾ ਹੈ ਜੋ ਗਲਤ ਸੀ, ਪਰ ਜੇ ਇਹੀ ਕੰਮ ਰਿਹਾ, ਲੋਕ ਤੁਹਾਡੇ ਵਿਰੋਧ ਵਿੱਚ ਇੰਨਾ ਉਤਰ ਆਉਣਗੇ ਵੀ ਤੁਹਾਨੂੰ ਫਿਰ ਰਾਹ ਨਹੀਂ ਲੱਭਣਾ। ਤੁਰ ਕਿਹੜੇ ਪਾਸੇ ਪਏ। ਰੁੱਖਾਂ ਤੋਂ ਕੁੱਖਾਂ ਤੱਕ ਅਸੀਂ ਸਰਵਨਾਸ਼ ਕਰਦੇ ਪਏ ਹਾਂ। ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੇ ਹਾਂ। ਚਲੋ ਜੇ ਸਾੜਨਾ ਹੀ ਸੀ ਨਾੜ, ਉਹਦਾ ਪਹਿਲਾਂ ਪ੍ਰਬੰਧ ਹੋਣਾ ਚਾਹੀਦਾ ਹੈ। ਆਲੇ ਦੁਆਲੇ ਪਾਣੀ ਛੱਡ ਲਓ, 10-10 15-15 ਫੁੱਟ ਥਾਂ ਵਾਹ ਦੇਵੋ, 4 ਗੇੜੇ ਦੇ 2 ਟਰੈਕਟਰ ਨਾਲ, ਕੁਛ ਨਹੀਂ ਹੁੰਦਾ। ਸੜਕਾਂ ਦੇ ਕੰਢੇ ਲੱਗੇ ਰੁੱਖ ਸਾੜ ਕੇ ਰੱਖ ਦਿੱਤੇ। ਵੱਡੇ ਰੁੱਖ ਤੋਂ ਚਲੋ ਫਿਰ ਉਹ ਪ੍ਰਫੁੱਲਤ ਹੋ ਜਾਣਗੇ, ਪਰ ਜਿਹੜੇ ਅਜੇ ਨਵੇਂ ਲੱਗੇ ਸੀ ਛੋਟੇ, ਉਹ ਤਾਂ ਸੜ ਕੇ ਸਵਾਹ ਹੋ ਗਏ। ਬੰਦੇ ਦੀ ਮੱਤ ਤੇ ਐਸਾ ਪਰਦਾ ਪੈ ਗਿਆ, ਆਪਣੇ ਆਪ ਨੂੰ ਇਹ ਸਿਆਣਾ ਸਮਝਦਾ ਹੈ। ਜਿੰਨਾ ਜ਼ੁਲਮ ਬੰਦੇ ਨੇ ਇਸ ਧਰਤੀ ਤੇ ਕੀਤਾ ਹੈ, ਕਿਸੇ ਹੋਰ ਜੂਨ ਨੇ ਉਹ ਜ਼ੁਲਮ ਨਹੀਂ ਕੀਤਾ ਜੋ ਬੰਦਾ ਕਰਦਾ ਪਿਆ ਹੈ। ਸਭ ਤੋਂ ਵੱਧ ਜ਼ਾਲਮ ਇਹ ਮਨੁੱਖ ਹੈ। ਧਰਤੀ ਤੇ ਰਹਿਣ ਦਾ ਹੱਕ ਜੇ ਬੰਦੇ ਨੂੰ ਹੈ ਨਾ, ਹੋਰ ਜੀਵਾਂ ਨੂੰ ਵੀ ਹੈ, ਪਸ਼ੂ ਪੰਛੀਆਂ ਦਾ ਵੀ ਹੱਕ ਹੈ ਇਸ ਧਰਤੀ ਤੇ। ਉਹ ਗੱਲ ਵੱਖਰੀ ਹੈ, ਬੰਦੇ ਨੇ ਕਬਜ਼ਾ ਕੀਤਾ ਹੋਇਆ ਹੈ, ਉਹਨਾਂ ਦੇ ਵੀ ਹੱਕ ਨੇ। ਜੰਗਲਾਂ ਦੀ ਕਟਾਈ ਕਰ ਦਿੱਤੀ, ਪਸ਼ੂ ਪੰਛੀਆਂ ਨੂੰ ਮਾਰ ਮੁਕਾਇਆ। ਪਤਾ ਨਹੀਂ ਕਦੋਂ ਅਕਲ ਆਉਣੀ ਇਸ ਬੰਦੇ ਨੂੰ, ਤੇ ਕਦੋਂ ਇਹ ਸਿੱਧੇ ਰਾਹ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਵੇਗਾ। ਜਿਹੜੀ ਆਹ ਹੁੰਦੀ ਹੈ ਨਾ ਕਿਸੇ ਦੀ, ਉਹ ਲੈ ਕੇ ਬਹਿ ਜਾਂਦੀ ਹੈ। ਭਾਵੇਂ ਪਰਮਾਤਮਾ ਸਦਾ ਬਖਸ਼ਿੰਦ ਹੈ, ਬਖਸ਼ਦਾ ਹੈ, ਪਰ ਜਦੋਂ ਬੰਦਾ ਇੰਤਹਾ ਕਰ ਦਿੰਦਾ ਨਾ, ਫਿਰ ਉਹਨੂੰ ਆਪਣਾ ਰੰਗ ਵਿਖਾਉਣਾ ਪੈਂਦਾ ਹੈ। ਫਿਰ ਬੰਦਾ ਰੋਵੇਗਾ। ਗਰੀਬ ਸੀ, ਝੁੱਗੀਆਂ 'ਚ ਰਹਿਣ ਵਾਲੇ ਸੀ, ਗਰੀਬ ਦੀ ਬੱਚੀ ਸੀ, ਕਿਹਨੇ ਪੁੱਛਣਾ। ਕੋਈ ਪੈਸੇ ਲੈ ਕੇ ਸਾਰਾ ਕੰਮ ਰਫਾ ਦਫਾ ਹੋ ਜਾਣਾ ਹੈ। ਲੋਕ ਫਿਰ ਉਸੇ ਤਰ੍ਹਾਂ ਕਰਦੇ ਰਹਿਣਗੇ। ਇਹਨਾਂ ਘਟਨਾਵਾਂ ਤੋਂ ਕਿਸੇ ਨੇ ਨਹੀਂ ਸਿੱਖਣਾ। ਪਿਛਲੇ ਦਿਨੀ ਸਕੂਲ ਦੀ ਵੈਨ ਇੱਕ ਉਹ ਹਾਦਸਾ ਵਾਪਰਿਆ, ਕਈ ਬੱਚੇ ਜ਼ਖਮੀ ਹੋਏ, ਸੜ ਗਏ। ਉਹ ਵੀ ਸਾਡੇ ਸਾਹਮਣੇ ਹੈ। ਗਲਤੀ ਜ਼ਿਆਦਾ ਡਰਾਈਵਰ ਦੀ, ਉਧਰ ਨੂੰ ਗੱਡੀ ਲੈ ਕੇ ਕਿਉਂ ਗਿਆ। ਜੇ ਗਲਤੀ ਡਰਾਈਵਰ ਤੇ ਜਿਹਨੇ ਅੱਗ ਲਾਈ ਉਹਦੀ ਗਲਤੀ ਨਹੀਂ ਸੀ,
ਉਹ ਵੀ ਹਵਾ ਦਾ ਕੋਈ ਰੁੱਖ ਵੇਖ ਲਵੋ, ਕੋਈ ਵੇਖਣਾ ਚਾਹੀਦਾ ਹੈ। ਜਾ ਕੇ ਖੜ ਜਾਓ ਭਾਈ, ਗੱਡੀ ਰੋਕੋ, ਪਰ ਅਸੀਂ ਨਹੀਂ ਸਮਝਦੇ। ਅਸੀਂ ਆਪਣੇ ਜੀਵਨ ਦੇ ਵਿੱਚ ਬੰਦਾ ਸਵਾਰਥੀ ਇੰਨਾ ਜ਼ਿਆਦਾ ਹੋ ਗਿਆ ਹੈ, ਕੁਝ ਸ਼ਬਦਾਂ ਦੇ ਵਿੱਚ ਦੱਸਿਆ ਨਹੀਂ ਜਾ ਸਕਦਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਰੁੱਖ ਤੋਂ ਸਿੱਖ, ਤੂੰ ਸਾੜਦਾ ਵੀ ਹੈ, ਉਹ ਤਾਂ ਵੀ ਤੈਨੂੰ ਕੁਝ ਨਹੀਂ ਕਹਿੰਦਾ, ਪਰ ਹੁਣ ਤੂੰ ਆਪਣੇ ਹੀ ਨਾਸ਼ ਵੱਲ ਵੱਧ ਗਿਆ ਹੈ। ਗੁਰਬਾਣੀ ਦੇ ਵਿੱਚ ਸਤਿਗੁਰੂ ਦਾ ਇੱਕ ਬਚਨ ਹੈ, ਹਰਣਾ ਬਾਜਾਂ ਤੈ ਸਿਕਦਾਰਾਂ, ਇਹਨਾਂ ਪੜ੍ਹਿਆ ਨਾਓ, ਫਾਂਦੀ ਲੱਗੀ ਜਾਤ ਫਹਾਇਨ, ਅੱਗੇ ਠੌਰ ਨਾ ਠਾਓ। ਹਰਨ ਤੇ ਬਾਜ ਤੇ ਤੀਜਾ ਸਿਕਦਾਰ, ਜਿਹੜੇ ਅਹਿਲਕਾਰ ਨੇ, ਆਗੂ ਕਹਿ ਲਓ। ਮਹਾਰਾਜ ਕਹਿੰਦੇ ਇਹਨਾਂ ਨੂੰ ਲੋਕ ਪੜ੍ਹੇ ਲਿਖੇ ਕਹਿੰਦੇ ਹੈ। ਅੱਜ ਦੇ ਜ਼ਮਾਨੇ ਵਿੱਚ ਕਿਸਾਨ ਅਨਪੜ੍ਹ ਨਹੀਂ ਹੈ, ਇਹਨਾਂ ਦੇ ਨੌਜਵਾਨ ਬੱਚੇ ਵੀ ਪੜ੍ਹੇ ਲਿਖੇ ਨੇ, ਡਿਗਰੀਆਂ ਕੀਤੀਆਂ, ਕੋਈ ਕਿਤੇ ਕੋਈ ਕਿਤੇ। ਉਹ ਜ਼ਮਾਨਾ ਗਿਆ ਜਦੋਂ ਬੰਦਾ ਕਹਿੰਦਾ ਸੀ ਸਮਝ ਸੋਝੀ ਨਹੀਂ। ਮਹਾਰਾਜ ਕਹਿੰਦੇ ਹਰਨ ਪੜ੍ਹਿਆ, ਉਹਨੂੰ ਪੜ੍ਹਾਇਆ ਸ਼ਿਕਾਰੀ ਨੇ, ਸਿਖਾਇਆ, ਬਾਜ ਨੂੰ ਸਿਖਾਇਆ, ਅਤੇ ਉਹ ਪੜ੍ਹਿਆ ਹੋਇਆ ਹਰਨ ਜਾਂਦਾ ਹੈ ਜੰਗਲ 'ਚ, ਅਤੇ ਆਪਣੇ ਹੋਰ ਨਾਲ ਦੇ ਹਿਰਨਾਂ ਜਾਤ ਭਰਾਵਾਂ ਨੂੰ ਲੈ ਕੇ ਆਉਂਦਾ ਅਤੇ ਸ਼ਿਕਾਰੀ ਦੇ ਜਾਲ 'ਚ ਫਸਾ ਦਿੰਦਾ ਹੈ। ਉਹ ਪੜ੍ਹਿਆ ਬਾਜ ਵੀ ਇਸੇ ਤਰ੍ਹਾਂ ਕਰਦਾ ਹੈ, ਜਾਤ ਭਰਾਵਾਂ ਨੂੰ ਫਾਹੀ ਵਿੱਚ ਫਸਾਉਂਦਾ ਹੈ। ਅਤੇ ਇਸੇ ਤਰ੍ਹਾਂ ਜਿਹੜੇ ਪੜ੍ਹੇ ਲਿਖੇ ਉਹ ਵੀ ਹੁਣ ਆਪਣੇ ਜਾਤ ਭਰਾਵਾਂ ਨੂੰ ਹੀ ਫਾਹੀ ਵਿੱਚ ਫਸਾਉਣ ਲੱਗ ਪਏ, ਮਾਰਨ ਲੱਗ ਪਏ, ਅੱਗਾਂ ਲਾ ਲਾ ਕੇ ਸਾੜਨ ਲੱਗ ਪਏ। ਇਹਨਾਂ ਨੂੰ ਪੜ੍ਹੇ ਨਾ ਕਹੋ, ਰੱਬ ਦੇ ਘਰ ਵਿੱਚ ਸਾਹਿਬ ਕਹਿੰਦੇ ਥਾਂ ਨਹੀਂ ਮਿਲਦਾ। ਜਗਨਾ ਨੰਦਾ ਸਾਧ ਹੈ, ਇਹ ਸਾਧੂ ਸੁਭਾਅ ਵਾਲੇ ਸਨ ਭਾਈ ਜਗਨਾ ਅਤੇ ਭਾਈ ਨੰਦਾ ਜੀ। ਭਾਨੂੰ ਸੋਹੜ ਹੰਸਾਂ ਦੀ ਢਾਲਾ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਭਾਈ ਭਾਨੂੰ ਸੋਹੜ ਜਾਤ ਦੇ ਹੰਸਾਂ ਦੀ ਢਾਲਾ, ਇਹਨਾਂ ਨੇ ਹੰਸਾਂ ਵਾਂਗ ਆਪਣੇ ਜੀਵਨ ਨੂੰ ਟਾਲਿਆ। ਭਾਵ ਤਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਸੀ। ਜਿਵੇਂ ਹੰਸ ਦੁੱਧ ਪਾਣੀ ਨੂੰ ਵੱਖਰਾ ਕਰ ਦਿੰਦਾ, ਇਸ ਤਰ੍ਹਾਂ ਤੇ ਤਤ ਅਤੇ ਮਿਥਿਆ, ਮਿਥਿਆ ਨੂੰ ਛੱਡ ਕੇ ਤਤ ਨੂੰ ਗ੍ਰਹਿਣ ਕਰਨ ਵਾਲੇ, ਜਾਣਨ ਵਾਲੇ ਹੈ। ਗੁਰ ਭਾਈ ਰਤਨਾਂ ਦੀ ਮਾਲਾ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਜਿਹੜੇ ਆਗਰੇ ਦੇ ਸਿੱਖ ਹੋਏ ਹੈ, ਇਹ ਗੁਰੂ ਕੇ ਸਿੱਖ, ਇਹ ਆਪਸ ਵਿੱਚ ਸਾਰੇ ਹੀ ਗੁਰ ਭਾਈ ਹਨ। ਆਪਸ ਵਿੱਚ ਇਹ ਰਤਨਾਂ ਦੀ ਮਾਲਾ ਵਾਂਗ ਪਰੋਤੇ ਹੋਏ ਸਨ, ਆਪੋ ਵਿੱਚ ਇਹ ਮਿਲ ਕੇ ਰਹਿੰਦੇ ਸੀ। ਇਹ ਸਾਰੇ ਹੀ ਗੁਰੂ ਕੇ ਸਿੱਖ, ਸਤਿਗੁਰੂ ਦੀ ਸਿੱਖੀ ਨੂੰ ਧਾਰਨ ਕਰਕੇ ਇਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਹੈ। ਇਹ ਆਗਰੇ ਦੀ ਸਿੱਖ ਸੰਗਤ ਦਾ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਇਹ ਆਪੋ ਵਿੱਚ ਗੁਰ ਭਾਈ ਰਤਨਾਂ ਦੀ ਮਾਲਾ ਵਾਂਗ ਅਮੋਲਕ ਜਗਿਆਸੂ ਸੀ। ਅਤੇ ਆਗਰੇ ਸ਼ਹਿਰ ਵਿੱਚ ਇੱਕ ਸੁੰਦਰ ਧਰਮਸ਼ਾਲਾ ਇਹਨਾਂ ਗੁਰਸਿੱਖਾਂ ਨੇ ਬਣਾਈ, ਅਤੇ ਭਾਈ ਹਰਵੰਸ ਨੂੰ ਉਸ ਧਰਮਸ਼ਾਲਾ ਦੀ ਸੇਵਾ ਸੌਂਪੀ ਸੀ। ਅਤੇ ਇਹ ਗੁਰਸਿੱਖ ਸਦਾ ਹੀ ਗੁਰਬਾਣੀ ਦਾ ਪ੍ਰਚਾਰ ਕਰਦੇ, ਔਰ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਾਪ ਹੁੰਦਾ, ਸੰਗਤਾਂ ਬੜੇ ਪਿਆਰ ਦੇ ਨਾਲ ਸਰਵਣ ਕਰਦੀਆਂ। ਸੋ ਇਹ ਸਾਰੀ ਹੀ ਆਗਰੇ ਦੀ ਸਿੱਖ ਸੰਗਤ ਸੀ, ਜਿਨ੍ਹਾਂ ਸਿੱਖਾਂ ਦੇ ਨਾਮ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੇ ਹੈ। ਖਾਲਸਾ ਜੀ, ਅੱਜ ਦੇ ਦਿਨ ਛੋਟਾ ਘੱਲੂਘਾਰਾ ਵਾਪਰਿਆ। ਕੱਲਾ ਇੱਕ ਦਿਨ ਨਹੀਂ, ਇਹ ਘੱਲੂਘਾਰਾ ਕਈ ਦਿਨ ਵਾਪਰਦਾ ਰਿਹਾ। ਸਿੱਖ ਇਤਿਹਾਸ ਦੇ ਵਿੱਚ ਇਸ ਨੂੰ ਛੋਟਾ ਘੱਲੂਘਾਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਘੱਲੂਘਾਰੇ ਦਾ ਅਰਥ ਹੁੰਦਾ ਹੈ ਤਬਾਹੀ, ਸਰਬਨਾਸ਼। ਇਹ ਕਿਉਂ, ਕਿੱਥੇ, ਕਿਵੇਂ ਵਾਪਰਿਆ? 1 ਜੁਲਾਈ 1745 ਨੂੰ ਜ਼ਕਰੀਆ ਖਾਂ ਦੀ ਮੌਤ ਹੋ ਗਈ। ਜ਼ਕਰੀਆ ਖਾਂ ਦੇ 3 ਪੁੱਤਰ ਸੀ। ਇੱਕ ਜਲੰਧਰ ਦੁਆਬ ਦਾ ਹਾਕਮ ਬਣਿਆ, ਇੱਕ ਮੁਲਤਾਨ ਦਾ ਹਾਕਮ ਬਣਿਆ, ਅਤੇ ਜਿਹੜਾ ਯਾਹੀਆ ਖਾਂ ਸੀ ਉਹ ਲਾਹੌਰ ਦਾ ਗਵਰਨਰ ਬਣਿਆ। ਅਤੇ ਯਾਹੀਆ ਖਾਨ
ਇਹਦਾ ਜਿਹੜਾ ਦੀਵਾਨ ਸੀ ਨਾ, ਉਹ ਸੀ ਲਖਪਤ ਰਾਏ। ਲਖਪਤ ਰਾਏ ਦਾ ਇੱਕ ਭਰਾ ਜਿਹਦਾ ਨਾਂ ਜਸਪਤ ਰਾਏ ਹੈ, ਉਹ ਏਮਨਾਬਾਦ ਦਾ ਫੌਜਦਾਰ ਸੀ। ਇੱਕ ਵਾਰ ਕੀ ਹੋਇਆ ਕਿ ਏਮਨਾਬਾਦ ਇੱਕ ਗੁਰੂ ਕੇ ਸਿੰਘਾਂ ਦਾ ਜਥਾ ਆ ਕੇ ਠਹਿਰਿਆ, ਖਾਲਸਿਆਂ ਦਾ ਜਥਾ। ਜਦੋਂ ਏਮਨਾਬਾਦ ਦੇ ਫੌਜਦਾਰ ਜਸਪਤ ਰਾਏ ਨੂੰ ਪਤਾ ਲੱਗਾ, ਉਹਨੇ ਸੁਨੇਹਾ ਭਿਜਵਾਇਆ, ਸਿੰਘਾਂ ਨੂੰ ਕਹੋ ਇੱਥੇ ਠਹਿਰਨ ਨਾ, ਚਲੇ ਜਾਣ। ਸਿੰਘਾਂ ਨੇ ਕਿਹਾ ਵੀ ਅਸੀਂ ਕਈ ਦਿਨਾਂ ਦੇ ਥੱਕੇ ਹਾਂ ਅਤੇ ਸ਼ਹਿਰ ਵਿੱਚੋਂ ਰਸਦ ਲਿਆ ਕੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਛਕਣਾ, ਅਸੀਂ ਰਹਿਣਾ ਨਹੀਂ, ਚਲੇ ਜਾਣਾ ਹੈ। ਜਦੋਂ ਜਸਪਤ ਰਾਏ ਨੂੰ ਜਾ ਕੇ ਦੱਸਿਆ, ਉਹ ਗੁੱਸੇ ਵਿੱਚ ਫੌਜਾਂ ਚਾੜ੍ਹ ਲੈ ਆ ਗਿਆ। ਅਤੇ ਜਦੋਂ ਫੌਜਾਂ ਲੈ ਕੇ ਆਇਆ, ਸਿੰਘਾਂ ਨੂੰ ਮਾੜਾ ਬੋਲਣ ਲੱਗਾ। ਫਿਰ ਸਿੰਘਾਂ ਨੇ ਵੀ ਸ੍ਰੀ ਸਾਹਿਬਾਂ ਮਿਆਨਾਂ 'ਚੋਂ ਬਾਹਰ ਕੱਢ ਲਈਆਂ। ਟਾਕਰਾ ਹੋ ਗਿਆ ਜਸਪਤ ਰਾਏ ਦੇ ਨਾਲ, ਜੰਗ ਹੋਇਆ। ਇਸ ਲੜਾਈ ਦੇ ਵਿੱਚ ਇੱਕ ਗੁਰੂ ਕੇ ਪਿਆਰੇ ਸਿੰਘ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਭਾਈ ਨਿਬਾਹੂ ਸਿੰਘ ਆਉਂਦਾ ਹੈ, ਭਾਈ ਨਿਬਾਹੂ ਸਿੰਘ ਨੇ ਬੜੀ ਫੁਰਤੀ ਦੇ ਨਾਲ, ਇਹ ਜਸਪਤ ਰਾਏ ਨਾ ਹਾਥੀ 'ਤੇ ਚੜ੍ਹਿਆ ਸੀ, ਹੁਕਮ ਦੇ ਰਿਹਾ ਸੀ ਫੌਜ ਨੂੰ। ਭਾਈ ਨਿਬਾਹੂ ਸਿੰਘ ਨੇ ਹਾਥੀ ਦੀ ਪੂਛ ਫੜ ਕੇ ਫੁਰਤੀ ਨਾਲ ਹਾਥੀ 'ਤੇ ਚੜ੍ਹ ਗਏ ਅਤੇ ਤਲਵਾਰ ਦੇ ਨਾਲ ਜਸਪਤ ਰਾਏ ਦਾ ਸਿਰ ਵੱਢ ਦਿੱਤਾ। ਹੁਣ ਜਦੋਂ ਜਸਪਤ ਰਾਏ ਦਾ ਸਿਰ ਵੱਢਿਆ ਗਿਆ ਅਤੇ ਫੌਜ ਨੇ ਬਾਕੀ ਕਿੱਥੇ ਟਿਕਣਾ ਸੀ, ਫੌਜ ਦੌੜ ਗਈ, ਭੱਜ ਗਈ। ਖਾਲਸੇ ਨੇ ਲੰਗਰ ਤਿਆਰ ਕੀਤਾ, ਛਕਿਆ ਅਤੇ ਉੱਥੋਂ ਚਲੇ ਗਏ। ਜਸਪਤ ਰਾਏ ਦਾ ਭਰਾ ਲਖਪਤ ਰਾਏ, ਜੋ ਯਾਹੀਆ ਖਾਨ ਦਾ ਦੀਵਾਨ ਸੀ, ਉਹਨੂੰ ਪਤਾ ਲੱਗਾ ਵੀ ਮੇਰੇ ਭਰਾ ਨੂੰ ਇਸ ਤਰ੍ਹਾਂ ਸਿੰਘਾਂ ਨੇ ਮਾਰ ਦਿੱਤਾ ਹੈ, ਤਾਂ ਉਹਨੇ ਫਿਰ ਸਿੱਖੀ ਦਾ ਬੀਜ ਨਾਸ਼ ਕਰਨ ਦੀ ਠਾਣ ਲਈ। ਕਹਿੰਦਾ ਮੈਂ ਸਿੱਖਾਂ ਨੂੰ ਛੱਡਣਾ ਹੀ ਨਹੀਂ। ਪਹਿਲੋਂ ਮਾਰਚ ਮਹੀਨੇ ਦੇ ਵਿੱਚ ਲਾਹੌਰ ਦੇ ਸਿੱਖਾਂ 'ਤੇ ਜ਼ੁਲਮ ਹੋਇਆ। ਲਾਹੌਰ ਦੇ ਸਿੱਖਾਂ ਨੂੰ ਫੜ ਫੜ ਕੇ ਘਰਾਂ ਵਿੱਚੋਂ ਲਿਆ ਕੇ ਕਤਲ ਕੀਤਾ ਗਿਆ। ਆਲੇ ਦੁਆਲੇ ਪਿੰਡਾਂ 'ਚ ਜਿਹੜੇ ਸਿੱਖ ਵੱਸਦੇ ਸੀ, ਉਹਨਾਂ ਨੂੰ ਫੜ ਕੇ ਕਤਲ ਕੀਤਾ ਗਿਆ। ਫੌਜ ਇਸ ਲਖਪਤ ਰਾਏ ਨੇ ਯਾਹੀਆ ਖਾਨ ਨੂੰ ਕਹਿ ਕੇ ਲਾਹੌਰ ਦੀ ਫੌਜ ਲੈ ਲਈ, ਮੁਲਤਾਨ ਤੋਂ ਵੀ ਫੌਜ ਮੰਗਾਈ, ਜਲੰਧਰ ਦੁਆਬ ਦੀ ਫੌਜ ਵੀ, ਕਿ ਜਿੱਥੇ ਸਿੱਖ ਮਿਲਦੇ ਹੁਣ ਇਹਨਾਂ ਨੂੰ ਖਤਮ ਕਰੋ। ਤਾਂ ਬਹੁਤੇ ਸਿੱਖ ਜਿਹੜੇ ਸਨ, ਉਹ ਆਪਣੇ ਘਰ-ਬਾਰ ਛੱਡ ਕੇ ਜੰਗਲਾਂ ਨੂੰ ਜਾ ਰਹੇ ਸੀ। ਅਤੇ ਜਦੋਂ ਲਖਪਤ ਰਾਏ ਨੂੰ ਪਤਾ ਲੱਗਾ ਕਿ ਕਾਹਨੂੰਵਾਨ ਦੇ ਛੰਭ ਦੇ ਵਿੱਚ ਸਿੱਖ ਇਕੱਠੇ ਹੋ ਰਹੇ ਆ, ਇਹਨੇ ਫੌਜ ਲੈ ਕੇ ਉਧਰ ਸਿੰਘਾਂ ਨੂੰ, ਗੁਰਸਿੱਖਾਂ ਨੂੰ ਘੇਰਾ ਪਾ ਲਿਆ, ਤੋਪਾਂ ਚਲਾਈਆਂ। ਕਾਹਨੂੰਵਾਨ ਦਾ ਛੰਭ ਇੱਕ ਪਾਸੇ ਅੱਗ ਲਾ ਦਿੱਤੀ ਜੰਗਲ ਨੂੰ। ਅੱਜ ਕੱਲ੍ਹ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੈ, ਉੱਥੇ ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ। ਇੱਕ ਪਾਸੇ ਰਾਵੀ ਹੈ। ਤਾਂ ਗੁਰੂ ਕੇ ਸਿੰਘ ਯਤਨ ਕਰਦੇ ਆ ਵੀ ਰਾਵੀ ਦਰਿਆ ਨੂੰ ਪਾਰ ਕੀਤਾ ਜਾਏ, ਅਤੇ ਇਹਨੇ ਲਖਪਤ ਰਾਏ ਨੇ ਬਸੌਲੀ ਸਾਹਮਣੇ ਪਹਾੜੀ ਰਾਜਿਆਂ ਨੂੰ ਵੀ, ਉੱਥੋਂ ਦੀ ਪਹਾੜੀ ਫੌਜ ਨੂੰ ਵੀ ਹੁਕਮ ਕੀਤਾ ਵੀ ਜੇ ਸਿੰਘ ਇੱਧਰ ਪਹਾੜਾਂ ਨੂੰ ਆਉਣ ਤਾਂ ਉਹਨਾਂ ਨੂੰ ਇੱਥੇ ਪਨਾਹ ਨਹੀਂ ਲੈਣ ਦੇਣੀ। ਜੇ ਸਿੰਘ ਪਹਾੜਾਂ ਨੂੰ ਉੱਧਰ ਨੂੰ ਵਧੇ ਤਾਂ ਅੱਗੋਂ ਗੋਲੀਆਂ ਆਈਆਂ, ਅਨੇਕਾਂ ਸਿੰਘ ਜ਼ਖਮੀ, ਅਨੇਕਾਂ ਸ਼ਹੀਦ ਹੋਏ। ਜਦੋਂ ਚਾਰੇ ਪਾਸਿਓਂ ਘੇਰਾ ਪਿਆ ਤਾਂ ਫਿਰ ਸਿੰਘਾਂ ਨੇ ਆਪਸ ਵਿੱਚ ਸਲਾਹ ਕੀਤੀ ਵੀ ਆਪਾਂ ਨੂੰ ਹੱਲਾ ਬੋਲਣਾ ਚਾਹੀਦਾ ਕਿ ਇੱਕ ਪਾਸੇ ਨੂੰ ਚੀਰ ਕੇ ਅਤੇ ਕਿਸੇ ਤਰੀਕੇ ਦੇ ਨਾਲ ਸਾਰੇ ਪਰਿਵਾਰਾਂ ਨੂੰ ਕੱਢਣਾ ਚਾਹੀਦਾ ਹੈ। ਉਦੋਂ ਅਗਵਾਈ ਕਰ ਰਹੇ ਸਨ ਨਵਾਬ ਕਪੂਰ ਸਿੰਘ ਜੀ, ਸਰਦਾਰ ਜੱਸਾ ਸਿੰਘ ਜੀ, ਸਰਦਾਰ ਸੁੱਖਾ ਸਿੰਘ ਜੀ। ਸੋ ਇਹ ਗੁਰੂ ਕੇ ਸਿੱਖ ਸਨ ਜਿਹੜੇ ਅਗਵਾਈ ਕਰ ਰਹੇ ਸੀ ਸਾਰਿਆਂ ਦੀ। ਤਾਂ ਫਿਰ ਇੱਕ ਵਾਰ ਹੱਲਾ ਕਰਕੇ ਫੌਜ ਦੇ ਇੱਕ ਹਿੱਸੇ ਨੂੰ ਚੀਰ ਕੇ ਇਹ ਗੁਰੂ ਕੇ ਸਿੱਖ ਨਿਕਲੇ ਹੈ। ਰਾਵੀ ਦਰਿਆ ਨੂੰ ਪਾਰ ਕੀਤਾ, ਕਈ ਰਾਵੀ ਵਿੱਚ ਰੁੜ ਗਏ। ਇਸ ਸਮੇਂ ਬਹੁਤ ਸਾਰੇ ਸਿੰਘ ਜ਼ਖਮੀ ਹੋਏ ਅਤੇ ਕਈ ਸ਼ਹੀਦ ਹੋ ਗਏ। ਨਵਾਬ ਕਪੂਰ ਸਿੰਘ ਜੀ ਇਹ ਵੀ ਜ਼ਖਮੀ ਹੋਏ। ਸਰਦਾਰ ਜੱਸਾ ਸਿੰਘ ਜੀ ਬਹੁਤ ਜ਼ਿਆਦਾ ਜ਼ਖਮੀ ਹੋਏ। ਸਰਦਾਰ ਸੁੱਖਾ ਸਿੰਘ ਜੀ, ਉਹਨਾਂ ਦੇ ਵੀ ਗੋਲੀਆਂ ਲੱਗੀਆਂ। ਤਾਂ ਫਿਰ
ਰਾਵੀ ਨੂੰ ਪਾਰ ਕਰਕੇ ਫਿਰ ਇਹ ਜਿੰਨੇ ਸਾਰੇ ਸਿੰਘ ਸਨ, ਪਰਿਵਾਰ ਸਨ, ਇਹਨਾਂ ਨੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਨੇੜਿਓਂ ਬਿਆਸ ਦਰਿਆ ਪਾਰ ਕੀਤਾ। ਫਿਰ ਛੇਤੀ ਕਾਹਲੀ ਦੇ ਨਾਲ ਦੁਆਬੇ ਨੂੰ ਪਾਰ ਕਰਕੇ, ਸਤਲੁਜ ਪਾਰ ਕਰਕੇ ਇੱਧਰ ਮਾਲਵੇ ਦੀ ਧਰਤੀ 'ਤੇ ਆਏ। ਅਤੇ ਫਿਰ ਫੌਜ ਨੇ ਪਿੱਛਾ ਛੱਡਿਆ ਅਤੇ ਮਾਲਵੇ ਦੇ ਸਿੱਖਾਂ ਨੂੰ ਪਤਾ ਲੱਗਾ। ਫਿਰ ਇਹਨਾਂ ਸਾਰੇ ਗੁਰਸਿੱਖਾਂ ਨੂੰ ਇੱਥੋਂ ਦੇ ਮਾਲਵੇ ਦੇ ਸਿੱਖਾਂ ਨੇ ਸਾਂਭਿਆ। ਕੁਝ ਵੱਖ-ਵੱਖ ਸਿੱਖਾਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਲੈ ਗਏ। ਔਰ ਇਸੇ ਤਰ੍ਹਾਂ ਸਰਦਾਰ ਕਪੂਰ ਸਿੰਘ ਜੀ, ਉਹ ਬਰਨਾਲੇ ਜਾ ਕੇ ਰਹੇ ਕੁਝ ਸਿੱਖਾਂ ਦੇ ਸਮੇਤ। ਸਰਦਾਰ ਜੱਸਾ ਸਿੰਘ ਜੀ, ਇਹ ਕੋਟਕਪੂਰੇ ਰਹੇ। ਇਸੇ ਤਰ੍ਹਾਂ ਹੋਰ ਜਿਹੜੇ ਗੁਰਮੁਖ ਪਰਿਵਾਰ, ਸਰਦਾਰ ਸੁੱਖਾ ਸਿੰਘ ਜੀ, ਇਹ ਜੈਤੋ ਜਾ ਕੇ ਰਹੇ। ਸੋ ਉਦੋਂ ਫਿਰ ਇਹਨਾਂ ਸਿੱਖਾਂ ਨੂੰ ਜਿਹੜੇ ਸਨ, ਇਹਨਾਂ ਨੂੰ ਮਾਲਵੇ ਦੇ ਸਿੱਖਾਂ ਨੇ ਸਾਂਭਿਆ। ਸਿੱਖ ਕੌਮ ਦੇ ਵਿੱਚ ਇਸ ਨੂੰ ਛੋਟਾ ਘੱਲੂਘਾਰਾ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ। ਇਸ ਘੱਲੂਘਾਰੇ ਦੇ ਵਿੱਚ 10 ਤੋਂ 12,000 ਸਿੱਖਾਂ ਦੀ ਸ਼ਹਾਦਤ ਹੋਈ। ਸੋ ਇਤਿਹਾਸ ਦੇ ਵਿੱਚ ਇਹ ਜਿਹੜੇ ਘੱਲੂਘਾਰੇ ਨੇ, ਇੱਕ ਵੱਡਾ ਘੱਲੂਘਾਰਾ ਹੈ 1762 ਦਾ, ਕੋਪਰ ਹੀੜੇ ਦੇ ਮੈਦਾਨ ਵਿੱਚ ਵਾਪਰਿਆ, ਜੋ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਟਾਕਰਾ ਹੋਇਆ। ਸੋ 1 ਜੂਨ 84 ਦਾ ਘੱਲੂਘਾਰਾ, ਇਸ ਨੂੰ ਵੀ ਅਸੀਂ ਘੱਲੂਘਾਰੇ ਦੇ ਨਾਂ ਨਾਲ ਚੇਤੇ ਕਰਦੇ ਹਾਂ। ਸੋ ਮਹਾਨ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਸਿੱਖੀ ਨਹੀਂ ਛੱਡੀ, ਜਬਰ ਅਤੇ ਜ਼ੁਲਮ ਦਾ ਡਟ ਕੇ ਮੁਕਾਬਲਾ ਕਰਕੇ ਸਦਾ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਉਹਨਾਂ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਸਿਜਦਾ ਹੈ, ਨਮਸਕਾਰ ਹੈ। ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਜਗਨਾਨੰਦਾ ਸਾਧ ਹੈ, ਭਾਨੂੰ ਸੋਹੜ ਹੰਸਾਂ ਦੀ ਢਾਲਾ, ਗੁਰ ਭਾਈ ਰਤਨਾਂ ਦੀ ਮਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ